ਦੇਸ਼ ਦੇ ਲਗਭਗ 49 ਲੱਖ ਸੈਂਟਰਲ ਗਵਰਨਮੈਂਟ EMPLOYEES ਅਤੇ 60 ਲੱਖ ਪੈਨਸ਼ਨਰਸ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੁਲਾਈ 2026 ਦੀ DNS ਅਲਾਇੰਸ ਯਾਨੀ DA ਰਿਵੀਜ਼ਨ ਨੂੰ ਲੈ ਕੇ ਲਗਭਗ ਹੁਣ ਤਸਵੀਰ ਸਾਫ਼ ਹੋਣ ਲੱਗੀ ਹੈ। ਨਾਲ ਹੀ 8th ਪੇ ਕਮਿਸ਼ਨ ਨੂੰ ਲੈ ਕੇ ਵੀ ਇੱਕ ਅਹਿਮ ਅਪਡੇਟ ਆਈ ਹੈ। ਸਵਾਲ ਇਹ ਹੈ ਕਿ DA ਕਿੰਨਾ ਵਧੇਗਾ, 8th ਪੇ ਕਮਿਸ਼ਨ ਦਾ ਕੰਮ ਕਿੱਥੇ ਤੱਕ ਪਹੁੰਚਿਆ ਹੈ ਤੇ ਫਿਟਮੈਂਟ ਫੈਕਟਰ ਨੂੰ ਲੈ ਕੇ ਯੂਨੀਅਨਸ ਦੀ ਕੀ ਮੰਗ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹ ਸਾਰੀਆਂ ਗੱਲਾਂ ਇੱਕ-ਇੱਕ ਕਰਕੇ ਸਮਝਾਂਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ DA ਦੀ। ਅੱਜ ਦੇ ਸਮੇਂ ਸੈਂਟਰਲ ਗਵਰਨਮੈਂਟ EMPLOYEES ਨੂੰ 60% DA ਮਿਲ ਰਿਹਾ ਹੈ। ਇਹ ਵਾਅਦਾ April 2026 ਵਿੱਚ ਹੋਇਆ ਸੀ ਜਦੋਂ ਯੂਨੀਅਨ ਕੈਬਨਿਟ ਨੇ 58% ਤੋਂ 60% ਤੱਕ DA ਵਧਾਇਆ ਸੀ ਤੇ ਇਹ ਜਨਵਰੀ 1, 2026 ਤੋਂ ਇਫੈਕਟਿਵ ਮੰਨਿਆ ਗਿਆ। ਹੁਣ ਅਗਲਾ ਰਿਵੀਜ਼ਨ ਜੁਲਾਈ 1, 2026 ਤੋਂ ਹੋ ਗਿਆ ਹੈ ਤੇ ਇਸ ਨੂੰ ਲੈ ਕੇ ਪੂਰੇ ਦੇਸ਼ ਦੇ EMPLOYEES ਅਤੇ ਪੈਨਸ਼ਨਰਸ ਦੀ ਨਜ਼ਰ ਟਿਕੀ ਹੋਈ ਹੈ। DA ਦਾ ਕੈਲਕੂਲੇਸ਼ਨ AICPI-IW ਯਾਨੀ ਆਲ ਇੰਡੀਆ ਕਸਟਮਰ ਪ੍ਰਾਈਸ ਇੰਡੈਕਸ ਫਾਰ ਇੰਡਸਟਰੀਅਲ ਵਰਕਰਸ ਦੇ ਆਧਾਰ ਤੇ ਹੁੰਦਾ ਹੈ। ਲੇਬਰ ਬਿਊਰੋ ਹਰ ਮਹੀਨੇ ਇਹ ਇੰਡੈਕਸ ਜਾਰੀ ਕਰਦਾ ਹੈ। ਮਈ 2026 ਦਾ ਇੰਡੈਕਸ 150.8 ਤੇ ਪਹੁੰਚ ਗਿਆ ਹੈ ਜੋ ਪਿਛਲੇ 12 ਮਹੀਨਿਆਂ ਦਾ ਸਭ ਤੋਂ ਵੱਧ ਪੱਧਰ ਹੈ। ਇਸੇ ਆਧਾਰ ਤੇ ਐਕਸਪਰਟਸ ਦਾ ਅੰਦਾਜ਼ਾ ਹੈ ਕਿ DA 60% ਤੋਂ ਵੱਧ ਕੇ 63% ਤੱਕ ਜਾ ਸਕਦੀ ਹੈ ਯਾਨੀ ਲਗਭਗ 3% ਦਾ ਵਾਧਾ ਆ ਸਕਦਾ ਹੈ। ਪਰ ਇੱਥੇ ਇੱਕ ਗੱਲ ਸਾਫ਼ ਕਰ ਦਈਏ, ਇਹ ਸਿਰਫ ਅੰਦਾਜ਼ਾ ਹੈ, ਕੋਈ ਅਧਿਕਾਰਿਕ ਐਲਾਨ ਨਹੀਂ। ਅੰਤਿਮ ਫੈਸਲਾ ਜੁਲਾਈ 2026 ਦੇ AICPI-IW ਡੇਟਾ ਤੇ ਨਿਰਭਰ ਕਰੇਗਾ ਜੋ ਲੇਬਰ ਬਿਊਰੋ ਵੱਲੋਂ ਜੁਲਾਈ ਦੇ ਅੰਤ ਤੱਕ ਜਾਰੀ ਕੀਤਾ ਜਾਵੇਗਾ। ਜੇ ਪਿਛਲੇ ਪੈਟਰਨ ਨੂੰ ਦੇਖਿਆ ਜਾਵੇ ਤਾਂ ਅਧਿਕਾਰਕ ਐਲਾਨ ਅਕਸਰ ਦੇਰ ਨਾਲ ਦੀਵਾਲੀ ਦੇ ਆਸ-ਪਾਸ ਹੁੰਦਾ ਹੈ ਪਰ ਪੇਮੈਂਟ ਜੁਲਾਈ 1 ਤੋਂ ਹੀ ਲਾਗੂ ਕਰ ਦਿੱਤੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ 8th ਪੇ ਕਮਿਸ਼ਨ ਦੀ, ਜਿਸ ਬਾਰੇ ਪਿਛਲੇ ਕੁਝ ਦਿਨਾਂ ਤੋਂ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਇਹ ਕਮਿਸ਼ਨ ਨਵੰਬਰ 3, 2025 ਨੂੰ ਗੈਜਟ ਨੋਟੀਫਿਕੇਸ਼ਨ ਰਾਹੀਂ ਬਣਾਇਆ ਗਿਆ ਸੀ ਤੇ ਇਸ ਨੂੰ ਆਪਣੀ ਰਿਪੋਰਟ ਦੇਣ ਲਈ 18 ਮਹੀਨੇ ਦਾ ਸਮੇਂ ਦਿੱਤਾ ਗਿਆ ਹੈ ਯਾਨੀ ਰਿਕਮੈਂਡੇਸ਼ਨਸ ਲਗਭਗ ਮਿਡ 2027 ਤੱਕ ਆਉਣ ਦੀ ਉਮੀਦ ਹੈ। ਉਹਨੇ ਜਿਵੇਂ ਹੀ ਇੱਕ ਵੱਡਾ ਪੜਾਅ ਪੂਰਾ ਹੋ ਗਿਆ ਹੈ, ਜੂਨ 30, 2026 ਤੱਕ ਸਾਰੇ ਮਿਨਿਸਟਰਸ ਅਤੇ ਡਿਪਾਰਟਮੈਂਟਸ ਤੋਂ ਸੈਲਰੀ ਅਤੇ ਅਲਾਇੰਸ ਨਾਲ ਜੁੜੀਆਂ ਡੇਟਾ ਆਨਲਾਈਨ ਇਕੱਠਾ ਕਰਨ ਦੀ ਡੈਡਲਾਈਨ ਸੀ। ਇਹ ਪੜਾਅ ਪੂਰਾ ਹੋ ਚੁੱਕਾ ਹੈ ਤੇ ਹੁਣ ਕਮਿਸ਼ਨ ਇਸ ਡੇਟਾ ਦਾ ਐਨਾਲਿਸਿਸ ਕਰਕੇ ਸੈਲਰੀ, ਅਲਾਇੰਸਸ, ਪੈਨਸ਼ਨ ਅਤੇ ਫਿਟਮੈਂਟ ਫੈਕਟਰ ਬਾਰੇ ਆਪਣੀਆਂ ਰਿਕਮੈਂਡੇਸ਼ਨ ਤਿਆਰ ਕਰੇਗਾ। ਯਾਨੀ ਹੱਲੇ ਵੀ ਇਹ ਕਮਿਸ਼ਨ ਕੰਸਲਟੇਸ਼ਨ ਦੇ ਸਟੇਜ ਤੇ ਹੀ ਹੈ। ਇਸ ਲਈ ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਤਦ ਤੱਕ DA ਰਿਵੀਜ਼ਨ 7th ਪੇ ਕਮਿਸ਼ਨ ਦੇ ਫਾਰਮੂਲੇ ਦੇ ਆਧਾਰ ਤੇ ਹੀ ਹੁੰਦੀ ਰਹੇਗੀ। ਇਸ ਪੂਰੇ ਪ੍ਰੋਸੈਸ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਫਿਟਮੈਂਟ ਫੈਕਟਰ। ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਫਿਟਮੈਂਟ ਫੈਕਟਰ ਉਹ ਨੰਬਰ ਹੁੰਦਾ ਹੈ ਜਿਸ ਨਾਲ ਮੌਜੂਦਾ ਬੇਸਿਕ ਪੇ ਨੂੰ ਮਲਟੀਪਲਾਈ ਕਰਕੇ ਨਵੀਂ ਬੇਸਿਕ ਪੇ ਤੈਅ ਕੀਤੀ ਜਾਂਦੀ ਹੈ। 7th ਪੇ ਕਮਿਸ਼ਨ ਵਿੱਚ ਇਹ ਫੈਕਟਰ 2.57 ਸੀ। ਇਸ ਨਾਲ ਮਿਨੀਮਮ ਬੇਸਿਕ ਪੇ 7,000 ਤੋਂ ਵੱਧ ਕੇ 18,000 ਹੋਈ ਸੀ। ਹੁਣ EMPLOYEE ਯੂਨੀਅਨਸ ਖਾਸ ਕਰਕੇ NCJCM ਨੇ 3.83 ਦੇ ਫਿਟਮੈਂਟ ਫੈਕਟਰ ਦੀ ਮੰਗ ਰੱਖੀ ਹੈ। ਜੇ ਇਸ ਮੰਗ ਨੂੰ ਮੰਨਿਆ ਜਾਂਦਾ ਹੈ ਤਾਂ ਮਿਨੀਮਮ ਬੇਸਿਕ ਪੇ 18,000 ਤੋਂ ਵੱਧ ਕੇ ਲਗਭਗ 69,000 ਤੱਕ ਪਹੁੰਚ ਸਕਦੀ ਹੈ। ਯੂਨੀਅਨਸ ਨੇ ਲੈਵਲ 4 ਅਤੇ ਲੈਵਲ 5 ਨੂੰ ਮਿਲਾ ਕੇ ਨਵੇਂ ਲੈਵਲ 3 ਬਣਾਉਣ ਦਾ ਵੀ ਪ੍ਰਪੋਜ਼ਲ ਦਿੱਤਾ ਹੈ ਜਿਸ ਦੇ ਲਾਗੂ ਹੋਣ ਤੇ ਸੈਲਰੀ 1.12 ਲੱਖ ਤੱਕ ਵੀ ਜਾ ਸਕਦੀ ਹੈ। ਪਰ ਇੱਥੇ ਇੱਕ ਗੱਲ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਇਹ ਸਿਰਫ ਯੂਨੀਅਨਸ ਦੀ ਮੰਗ ਹੈ, ਕੋਈ ਫਾਈਨਲ ਡਿਸੀਜਨਸ ਨਹੀਂ। ਦੂਜੇ ਪਾਸੇ ਵੱਖ-ਵੱਖ ਐਕਸਪਰਟਸ ਦਾ ਅੰਦਾਜ਼ਾ ਹੈ ਕਿ ਇਹ ਕਾਫੀ ਘੱਟ ਹੈ। ਜ਼ਿਆਦਾਤਰ ਐਸਟੀਮੇਟਸ ਇਹ ਦੱਸਦੇ ਹਨ ਕਿ ਫਿਟਮੈਂਟ ਫੈਕਟਰ 1.92 ਤੋਂ 2.86 ਦੇ ਵਿਚਕਾਰ ਰਹਿ ਸਕਦਾ ਹੈ ਤੇ ਇਹ ਇੱਕ ਰੀਅਲਿਸਟਿਕ ਐਸਟੀਮੇਟ 2.28 ਤੋਂ 2.46 ਦੇ ਆਸ-ਪਾਸ ਮੰਨਿਆ ਜਾ ਰਿਹਾ ਹੈ। ਯਾਨੀ ਯੂਨੀਅਨਸ ਦੀ ਮੰਗ ਅਤੇ ਐਕਸਪਰਟਸ ਦੇ ਐਸਟੀਮੇਟਸ ਵਿਚਕਾਰ ਕਾਫੀ ਵੱਡਾ ਫਰਕ ਹੈ। ਇਸ ਲਈ ਸੋਸ਼ਲ ਮੀਡੀਆ ਤੇ ਚੱਲ ਰਹੇ ਵੱਡੇ ਅੰਕੜਿਆਂ ਨੂੰ ਦੇਖ ਕੇ ਤੁਰੰਤ ਕੋਈ ਧਾਰਨਾ ਨਾ ਬਣਾਓ ਕਿਉਂਕਿ ਅਸਲੀ ਨੰਬਰ ਸਿਰਫ ਫਾਈਨਲ ਕਮਿਸ਼ਨ ਦੀ ਫਾਈਨਲ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗੀ। ਇੱਕ ਹੋਰ ਸਵਾਲ ਜੋ ਲਗਾਤਾਰ ਪੁੱਛਿਆ ਜਾ ਰਿਹਾ ਹੈ ਉਹ ਹੈ ਕਿ DNS ਅਲਾਇੰਸ ਯਾਨੀ DA ਨੂੰ ਬੇਸਿਕ ਪੇ ਵਿੱਚ ਮਰਜ ਕੀਤਾ ਜਾਵੇਗਾ। EMPLOYEE ਯੂਨੀਅਨਸ ਲੰਬੇ ਸਮੇਂ ਤੋਂ ਇਸ ਮਰਜਰ ਦੀ ਮੰਗ ਕਰ ਰਹੀ ਹੈ ਪਰ ਗਵਰਨਮੈਂਟ ਨੇ ਸਾਫ਼ ਕਿਹਾ ਹੈ ਕਿ ਅਜਿਹਾ ਕੋਈ ਪ੍ਰਪੋਜ਼ਲ ਫਿਲਹਾਲ ਕੰਸੀਡਰੇਸ਼ਨ ਵਿੱਚ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਜਦੋਂ 8th ਪੇ ਕਮਿਸ਼ਨ ਲਾਗੂ ਹੋਵੇਗਾ ਤਾਂ ਉਸ ਸਮੇਂ ਦੀ DA ਆਪਣੇ ਆਪ ਬੇਸਿਕ ਪੇ ਵਿੱਚ ਸ਼ਾਮਿਲ ਹੋ ਜਾਵੇਗੀ ਤੇ ਨਵੇਂ ਸਿਰੇ ਤੋਂ DA ਦਾ ਕੈਲਕੂਲੇਸ਼ਨ ਸ਼ੁਰੂ ਹੋਵੇਗਾ। ਇਸ ਲਈ ਭਾਵੇਂ ਫਿਟਮੈਂਟ ਫੈਕਟਰ ਵੱਡਾ ਦਿਖੇ ਪਰ ਇਫੈਕਟਿਵ ਵਾਧਾ ਉਨਾ ਨਹੀਂ ਹੋਵੇਗਾ ਜਿੰਨਾ ਸ਼ੁਰੂਆਤੀ ਨੰਬਰ ਦੇਖ ਕੇ ਲੱਗਦਾ ਹੈ ਕਿਉਂਕਿ ਮੌਜੂਦਾ DA ਪਹਿਲੇ ਹੀ ਉਸ ਵਿੱਚ ਸ਼ਾਮਿਲ ਮੰਨੀ ਜਾਵੇਗੀ।
ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸਿਰਫ ਬੇਸਿਕ ਪੇ ਹੀ ਨਹੀਂ ਸਗੋਂ ਹਾਊਸ ਰੈਂਟ ਅਲਾਉੈਂਸ ਯਾਨੀ HRA ਵਿੱਚ ਵੀ ਵਾਧਾ ਬੇਸਿਕ ਪੇ ਨਾਲ ਜੁੜਿਆ ਹੁੰਦਾ ਹੈ। ਇਸ ਲਈ ਫਿਟਮੈਂਟ ਫੈਕਟਰ ਵਿੱਚ ਕੋਈ ਵੀ ਵਾਧਾ HRA ਤੇ ਵੀ ਸਿੱਧਾ ਅਸਰ ਪਾਵੇਗਾ, ਖਾਸ ਕਰਕੇ ਮੈਟਰੋ ਸਿਟੀਜ਼ ਵਿੱਚ ਤੈਨਾਤ EMPLOYEES ਲਈ। ਐਕਸਪਰਟਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਰਫ ਬੇਸਿਕ ਪੇ ਦੇ ਨੰਬਰ ਤੇ ਹੀ ਫੋਕਸ ਨਹੀਂ ਕਰਨਾ ਚਾਹੀਦਾ, ਸਗੋਂ HRA ਅਤੇ ਟਰੈਵਲ ਅਲਾਉੈਂਸ ਵਰਗੇ ਹੋਰ ਕੰਪੋਨੈਂਟਸ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਅਸਲੀ ਇਨ ਹੈਂਡ ਸੈਲਰੀ ਇਹਨਾਂ ਸਭ ਨੂੰ ਮਿਲਾ ਕੇ ਹੀ ਬਣਦੀ ਹੈ। ਹੁਣ ਸਵਾਲ ਇਹ ਹੈ ਕਿ ਇਹ ਪੂਰਾ ਟਾਈਮਲਾਈਨ ਕਿਵੇਂ ਬਣਦੀ ਹੈ। 8th ਪੇ ਕਮਿਸ਼ਨ ਦੀਆਂ ਰਿਕਮੈਂਡੇਸ਼ਨਸ ਭਾਵੇਂ ਮਿਡ 2027 ਤੱਕ ਆਉਣ ਦੀ ਉਮੀਦ ਹੈ, ਪਰ ਇੰਪਲੀਮੈਂਟੇਸ਼ਨ ਲਈ ਰੈਫਰੈਂਸ ਡੇਟ ਜਨਵਰੀ 1, 2026 ਹੀ ਮੰਨੀ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਇਹ ਲਾਗੂ ਹੋਵੇਗਾ, EMPLOYEES ਨੂੰ ਜਨਵਰੀ 2026 ਤੋਂ ਲੈ ਕੇ ਇੰਪਲੀਮੈਂਟੇਸ਼ਨ ਤੱਕ ਦੇ ਏਰੀਅਸ ਵੀ ਮਿਲ ਸਕਦਾ ਹੈ, ਯਾਨੀ 18 ਤੋਂ 24 ਮਹੀਨੇ ਦਾ ਬਕਾਇਆ। ਨਾਲ ਹੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਜੁਲਾਈ 2026 ਵਿੱਚ ਜੋ DA ਹਾਈਕ 7th ਪੇ ਕਮਿਸ਼ਨ ਦੇ ਹਿਸਾਬ ਨਾਲ ਮਿਲੇਗੀ, ਉਸ ਦਾ ਵੀ ਬਾਅਦ ਵਿੱਚ 8th ਪੇ ਕਮਿਸ਼ਨ ਦੇ ਨਾਲ ਐਡਜਸਟਮੈਂਟ ਹੋਵੇਗਾ। ਯੂਨੀਅਨ ਸੂਤਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਵੀ ਭਵਿੱਖ ਵਿੱਚ ਏਰੀਅਰ ਦੇ ਤੌਰ ਤੇ ਹੀ ਗਿਣਿਆ ਜਾਵੇਗਾ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਗੱਲ ਸਾਫ਼ ਹੈ। 1 ਜੁਲਾਈ 2026 ਵਿੱਚ DA ਵਿੱਚ ਲਗਭਗ 3% ਵਾਧੇ ਦੀ ਸੰਭਾਵਨਾ ਹੈ, ਪਰ ਅਧਿਕਾਰਿਕ ਐਲਾਨ ਹੱਲੇ ਬਾਕੀ ਹੈ ਤੇ ਇਹ ਆਉਣ ਵਾਲੇ ਮਹੀਨਿਆਂ ਵਿੱਚ ਹੀ ਸਪਸ਼ਟ ਹੋਵੇਗਾ। ਦੂਜੀ ਗੱਲ, 8th ਪੇ ਕਮਿਸ਼ਨ ਦਾ ਕੰਮ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਡੇਟਾ ਕਲੈਕਸ਼ਨ ਪੂਰਾ ਹੋ ਚੁੱਕਾ ਹੈ, ਪਰ ਫਿਟਮੈਂਟ ਫੈਕਟਰ ਅਤੇ ਫਾਈਨਲ ਸੈਲਰੀ ਸਟਰਕਚਰ ਨੂੰ ਲੈ ਕੇ ਅਜੇ ਵੀ ਕਾਫੀ ਅਨਸਰਟਨਿਟੀ ਬਣੀ ਹੋਈ ਹੈ। ਇਸ ਲਈ ਜੋ ਵੀ ਵੱਡੇ ਨੰਬਰਸ ਇਸ ਵੇਲੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ, ਉਹਨਾਂ ਨੂੰ ਯੂਨੀਅਨ ਦੀ ਮੰਗ ਸਮਝ ਕੇ ਹੀ ਦੇਖੋ, ਫਾਈਨਲ ਡਿਸੀਜਨਸ ਨਹੀਂ। ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ, ਜਿਵੇਂ EMPLOYEES ਨੂੰ DNS ਅਲਾਉੈਂਸ ਯਾਨੀ DA ਮਿਲਦੀ ਹੈ, ਉਵੇਂ ਹੀ ਪੈਨਸ਼ਨਰਸ ਨੂੰ ਵੀ DNS ਰਿਲੀਫ ਯਾਨੀ DR ਮਿਲਦੀ ਹੈ ਤੇ ਇਹ ਦੋਵੇਂ ਹਮੇਸ਼ਾ ਇੱਕੋ ਜਿਹੀ ਪਰਸੈਂਟੇਜ ਤੇ ਹੀ ਰਿਵਾਈਜ਼ ਹੁੰਦੇ ਹਨ। ਯਾਨੀ ਜੇ ਜੁਲਾਈ ਵਿੱਚ DNS ਅਲਾਉੈਂਸ 3% ਵੱਧਦੀ ਹੈ ਤਾਂ ਪੈਨਸ਼ਨਰਸ ਦੀ DR ਵੀ ਉਨੀ ਹੀ ਵਧੇਗੀ। ਪਿਛਲੇ ਕੁਝ ਸਾਲਾਂ ਦੇ ਪੈਟਰਨ ਨੂੰ ਦੇਖੀਏ ਤਾਂ ਹਰ ਸਾਲ ਜਨਵਰੀ ਅਤੇ ਜੁਲਾਈ ਵਿੱਚ DA ਵਿੱਚ ਵਾਧਾ ਹੁੰਦਾ ਆਇਆ ਹੈ, ਕਦੇ 2% ਤੇ ਕਦੇ 3% ਅਤੇ ਕਦੇ ਉਸ ਤੋਂ ਵੀ ਵੱਧ। ਇਸ ਲਈ ਜੁਲਾਈ 2026 ਦਾ ਵਾਧਾ ਕੋਈ ਅਲੱਗ ਗੱਲ ਨਹੀਂ, ਸਗੋਂ ਉਸ ਨੂੰ ਰੈਗੂਲਰ ਸਾਈਕਲ ਦਾ ਹੀ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਇਹ ਵਾਧਾ 8th ਪੇ ਕਮਿਸ਼ਨ ਦੀ ਚਰਚਾ ਦੇ ਨਾਲ ਆ ਰਿਹਾ ਹੈ, ਇਸ ਲਈ ਲੋਕਾਂ ਦੀ ਦਿਲਚਸਪੀ ਵੀ ਆਮ ਨਾਲੋਂ ਵੱਧ ਗਈ ਹੈ। ਅੱਗੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਮਿਸ਼ਨ ਦਿੱਲੀ, ਜੰਮੂ, ਕਸ਼ਮੀਰ ਅਤੇ ਲਖਨਊ ਵਿੱਚ ਪਹਿਲਾਂ ਹੀ ਕਈ ਕੰਸਲਟੇਸ਼ਨ ਕਰ ਚੁੱਕਾ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸ਼ਹਿਰਾਂ ਵਿੱਚ ਵੀ ਯੂਨੀਅਨਸ ਅਤੇ ਪੈਨਸ਼ਨਰਸ ਨਾਲ ਗੱਲਬਾਤ ਜਾਰੀ ਰੱਖੇਗਾ। ਇਸ ਦੌਰਾਨ ਜਿਹੜੀਆਂ ਵੀ ਮੰਗਾਂ ਅਤੇ ਐਸਟੀਮੇਟ ਸਾਹਮਣੇ ਆਉਣਗੀਆਂ, ਉਹ ਸੁਰਖੀਆਂ ਵਿੱਚ ਬਣੀਆਂ ਰਹਿਣਗੀਆਂ, ਪਰ ਅਸਲੀ ਪਿਕਚਰ ਉਦੋਂ ਹੀ ਸਾਫ਼ ਹੋਵੇਗੀ ਜਦੋਂ ਕਮਿਸ਼ਨ ਆਪਣੀ ਫਾਈਨਲ ਰਿਪੋਰਟ ਗਵਰਨਮੈਂਟ ਨੂੰ ਸੌਂਪੇਗਾ ਅਤੇ ਕੈਬਨਿਟ ਉਸ ਨੂੰ ਮਨਜ਼ੂਰੀ ਦੇਵੇਗੀ। ਇਸ ਲਈ ਅਗਲੇ ਕੁਝ ਮਹੀਨੇ ਇਸ ਪੂਰੇ ਮਾਮਲੇ ਵਿੱਚ ਕਾਫੀ ਅਹਿਮ ਮੰਨੇ ਜਾ ਰਹੇ ਹਨ। ਐਸਾ ਪੰਜਾਬ ਲਈ ਵੀ ਸਿੱਧਾ ਮਤਲਬ ਹੈ, ਕਿਉਂਕਿ ਪੰਜਾਬ ਵਿੱਚ ਵੀ ਸੈਂਟਰਲ ਗਵਰਨਮੈਂਟ ਦੇ ਡਿਪਾਰਟਮੈਂਟਸ, ਰੇਲਵੇਜ਼, ਡਿਫੈਂਸ, ਪੋਸਟਲ ਅਤੇ ਹੋਰ ਸੈਂਟਰਲ ਆਫਿਸਿਸ ਵਿੱਚ ਹਜ਼ਾਰਾਂ EMPLOYEES ਕੰਮ ਕਰ ਰਹੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਪੈਨਸ਼ਨਰਸ ਇਸ ਖਬਰ ਤੇ ਨਜ਼ਰ ਰੱਖੇ ਹੋਏ ਹਨ। ਇਸ ਲਈ ਜਿਵੇਂ ਹੀ ਜੁਲਾਈ DA ਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਂਦਾ ਹੈ ਜਾਂ 8th ਪੇ ਕਮਿਸ਼ਨ ਵੱਲੋਂ ਕੋਈ ਨਵਾਂ ਅਪਡੇਟ ਸਾਹਮਣੇ ਆਂਦਾ ਹੈ, ਤਾਂ ਬੈਠਕ ਪੰਜਾਬ ਦੀ ਕੋਸ਼ਿਸ਼ ਰਹੇਗੀ ਕਿ ਇਹ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਤੁਹਾਡਾ ਕੀ ਖਿਆਲ ਹੈ ਕਿ ਸਰਕਾਰ ਫਿਟਮੈਂਟ ਫੈਕਟਰਸ ਤੇ ਯੂਨੀਅਨਸ ਦੀ ਮੰਗ ਮੰਨੇਗੀ ਜਾਂ ਫਿਰ ਐਕਸਪਰਟਸ ਦੇ ਐਸਟੀਮੇਟਸ ਦੇ ਨੇੜੇ ਹੀ ਕੋਈ ਫੈਸਲਾ ਹੋਵੇਗਾ? ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸ਼ੇਅਰ ਕਰੋ ਅਤੇ ਬੈਠਕ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ। ਮੈਂ ਹਾਂ ਸੋਨੀਆ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ।